ਵਾਹਿਗੁਰੂ 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 ਜੀ ਮਹਾਰਾਜ। ਹੁਣ ਗੋਰਖ ਦੇ ਚੇਲੇ ਸਿੱਧ ਲੋਕ ਨੇ, ਬੜੀਆਂ ਉੱਚੀਆਂ ਹਸਤੀਆਂ ਨੇ, ਇਹ ਵੀ ਵਿੱਚ ਇਹਨਾਂ ਦੇ ਬ੍ਰਹਮ ਗਿਆਨੀ ਵੀ ਨੇ, ਕਈ ਉਹ ਨਹੀਂ ਬੋਲਦੇ ਹੈ। ਉਹ ਗੁਰੂ ਨਾਨਕ ਦੇਵ ਜੀ ਨੂੰ ਘੱਟ ਪ੍ਰਸ਼ਨ ਕਰਦੇ ਨੇ, ਸ਼ਰਧਾ ਨਾਲ ਬੋਲਦੇ ਨੇ। ਕਈ ਜ਼ਿਆਦਾ ਹੈਂਕੜਬਾਜੀ ਵਾਲੇ ਬਹੁਤੇ ਪ੍ਰਸ਼ਨ ਕਰਦੇ ਨੇ। ਚਰਪੜਨਾਥ, ਘੁੱਗੂਨਾਥ, ਮੰਗਲਨਾਥ, ਇਹ ਕਈ ਕਿ ਸਿੱਧ ਅੱਛੇ ਵੀ ਹੋਏ ਵਿੱਚ। ਇਸ ਪ੍ਰਕਾਰ ਦੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ ਵੀ ਮਹਾਰਾਜ ਇਹ ਤਾਂ ਠੀਕ ਆ, ਆਪ ਨੇ ਨਿਰਵੈਰ ਅੱਖਰ ਵਰਤਿਆ ਹੈ, ਇੱਥੇ ਤੱਕ ਇਹ ਮੰਤਰ ਪੂਰਾ ਹੋ ਜਾਣਾ ਚਾਹੀਦਾ। ਨਿਰਵੈਰ ਤੋਂ ਬਾਅਦ ਹੁਣ ਕੀ ਰਹਿ ਗਿਆ ਬਾਕੀ? ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਨਿਰਵੈਰ ਸੰਤ ਮਹਾਤਮਾ ਹੁੰਦੇ ਨੇ, ਪਰ ਉਹਨਾਂ ਨੂੰ ਮੌਤ ਲੈ ਜਾਂਦੀ, ਫੇਰ ਵੀ ਉਹ ਕਾਲ ਦਾ ਖਾਜਾ ਬਣ ਜਾਂਦੇ ਨੇ। ਇਸ ਕਰਕੇ ਜਦੋਂ ਅਸੀਂ ਲੱਖਣ ਬ੍ਰਹਮ ਦਾ ਕਰਨਾ ਹੈ, ਫਿਰ ਇਹ ਪੂਰਾ ਨਹੀਂ ਹੋਇਆ ਹਲੇ ਮੰਤਰ। ਬ੍ਰਹਮ ਦਾ ਲੱਖਣ ਕਰਦਿਆਂ ਕਰਦਿਆਂ ਕਿਸੇ ਦਾ ਹੋਰ ਹੀ ਲੱਖਣ ਹੋ ਜਾਂਦਾ, ਫਿਰ ਜੇ ਅਧੂਰਾ ਮੰਤਰ ਰਹਿ ਜਾਵੇ। ਇਸ ਕਰਕੇ ਅਧੂਰਾ ਲੱਖਣ, ਜਿਵੇਂ ਲੱਖਣ ਕਰਨਾ, ਆਪਾਂ ਆਮ ਸੰਸਾਰੀ ਜੀ ਉਦਾਹਰਣ ਲੈ ਲੈਂਦੇ ਹਾਂ। ਮਾਂ ਅੱਖਰ ਹੈ, ਮਾਂ, ਇਹ ਮੇਰੀ ਮਾਂ ਹੈ, ਠੀਕ ਹੈ ਜੀ, ਸਤਿ ਸ੍ਰੀ ਅਕਾਲ ਬੁਲਾਉਣੇ ਆ, ਫਤਿਹ ਬੁਲਾਉਣੇ। ਇਹ ਮੇਰੀ ਮਾਂ ਹੈ, ਇਹ ਦੂਜੀ ਮਾਂ ਹੈ, ਇਹ ਤੀਜੀ ਮਾਂ ਹੈ। ਇਹ ਕੀ ਗੱਲ ਨਹੀਂ, ਇਹ ਸਪਸ਼ਟ ਨਹੀਂ ਹੈ ਗੱਲ। ਸਪਸ਼ਟ ਇਸ ਕਰਕੇ ਨਹੀਂ ਹੋਈ, ਇਹ ਮੇਰੀ ਮਾਤਾ ਜੀ ਹੈ ਜਿਨ੍ਹਾਂ ਨੇ ਮੈਨੂੰ ਜਨਮ ਦਿੱਤਾ, ਇਹ ਮਾਂ ਹੈ। ਇਹ ਮੇਰੀ ਦਾਦੀ ਮਾਂ ਹੈ, ਹੁਣ ਸਪਸ਼ਟ ਕਰਦਾ। ਇਹ ਮੇਰੀ ਨਾਨੀ ਮਾਂ ਹੈ, ਕਿਉਂਕਿ ਉਹ ਮਾਂ ਅੱਖਰ ਸਾਰਿਆਂ ਨੂੰ ਲੱਗਦਾ। ਗੁਰੂ ਨੂੰ ਵੀ ਪਿਤਾ ਕਹਿੰਦੇ ਨੇ, ਤੇ ਪਿਤਾ ਨੂੰ ਵੀ ਪਿਤਾ ਕਹਿੰਦੇ ਨੇ, ਕੋਲ ਗੁਰੂ ਨੂੰ ਵੀ ਪਿਤਾ ਕਹਿੰਦੇ ਨੇ। ਪਿਤਾ ਦੇ ਸਮਾਨ ਸਾਰੀਆਂ ਚੀਜ਼ਾਂ ਆ ਜਾਂਦੀਆਂ। ਜਦੋਂ ਆਪਾਂ ਅਧੂਰਾ ਬਚਨ ਬੋਲਦੇ ਹਾਂ ਤਾਂ ਆਪਣਾ ਧਿਆਨ ਕਿਤੇ ਹੋਰ ਚਲਾ ਜਾਂਦਾ। ਤਾਂ ਗੁਰੂ ਨਾਨਕ ਦੇਵ ਜੀ ਕਹਿੰਦੇ ਨਿਰਵੈਰ ਜਦੋਂ ਕਹਿ ਦਈਏ ਤਾਂ ਨਿਰਵੈਰ ਸੰਤ ਮਹਾਤਮਾ ਹੁੰਦੇ ਨੇ, ਤਾਂ ਫਿਰ ਧਿਆਨ ਚਲੇ ਗਿਆ ਸੰਤ ਮਹਾਤਮਾ ਵਿੱਚ, ਤਾਂ ਅਕਾਲ ਤੋਂ ਧਿਆਨ ਟੁੱਟ ਗਿਆ। ਇਸ ਕਰਕੇ ਅਸੀਂ ਹੁਣ ਕਿਹਾ ਅਕਾਲ, ਕਿ ਅਕਾਲ ਜਿਹੜਾ ਹੈ, ਕਾਲ ਤੋਂ ਰਹਿਤ ਸੰਤ ਮਹਾਤਮਾ ਨਹੀਂ ਹੁੰਦੇ। ਅਕਾਲ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਹੀ ਹੈ। ਸੋ ਕਹਿਣ ਲੱਗੇ ਇਹ ਤਾਂ ਹੁਣ ਠੀਕ ਹੈ, ਸਾਨੂੰ ਸਮਝ ਪੈ ਗਈ। ਅਕਾਲ ਤਾਂ ਆਪ ਜੀ ਨੇ ਤਾਂ ਲਿਖਿਆ, ਪਰ ਅੱਗੇ ਆਪ ਜੀ ਨੇ ਅਕਾਲ ਦੇ ਨਾਲ ਮੂਰਤ ਲਿਖਿਆ ਹੈ। ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿੰਦੇ ਤੁਹਾਨੂੰ ਸਾਰੇ ਧਰਮਾਂ ਦਾ ਗਿਆਨ ਹੈ ਨਾ? ਜੇ ਨਹੀਂ ਤਾਂ ਮੈਂ ਦੱਸ ਦਿੰਦਾ। ਜਿਹੜੇ ਕਾਲਵਾਦੀ ਵਿਸ਼ੇਖਕ ਨੇ ਨਾ, ਉਹ ਪਤਾ ਕੀ ਮੰਨਦੇ ਨੇ? ਅਣਜਾਣ ਪੁਣੇ ਕਰਕੇ। ਜਿਵੇਂ ਕਈ ਲੋਕ ਜਿਹੜੇ ਨੇ ਉਹ ਸੂਰਜ ਨੂੰ ਹੀ ਭਗਵਾਨ ਕਹੀ ਜਾਂਦੇ ਨੇ, ਤੇ ਕਈ ਲੋਕ ਪਿੱਪਲ ਨੂੰ ਹੀ ਭਗਵਾਨ ਕਹਿ ਛੱਡਦੇ। ਲੋਕਾਂ ਦਾ ਕੀ, ਲੋਕ ਹਰੇਕ ਨੂੰ ਹੀ ਰੱਬ ਕਹਿ ਦਿੰਦੇ ਨੇ। ਜਿਹੜੇ ਵਿਸ਼ੇਖਕ ਕਾਲਵਾਦੀ ਨੇ ਉਹ ਕਾਲ ਨੂੰ ਹੀ ਅਕਾਲ ਪੁਰਖ ਮੰਨਦੇ ਨੇ। ਇਹ ਉਹਨਾਂ ਦੀ ਗਲਤੀ ਹੈ, ਉਹ ਕਾਲ ਨੂੰ ਅਕਾਲ ਪੁਰਖ ਮੰਨਦੇ ਨੇ। ਇਸ ਕਰਕੇ ਸਾਨੂੰ ਇਹਦਾ ਨਿਰਣਾ ਕਰਨਾ ਪੈਂਦਾ, ਕਿਉਂਕਿ ਜਿਹੜਾ ਨਾ ਕਾਲਵਾਦੀ ਮੰਨਦੇ ਨੇ। ਇਸ ਕਰਕੇ ਕਾਲ ਤਾਂ ਜਿਹੜਾ ਹੈ ਭੂਤ, ਭਵਿੱਖ, ਵਰਤਮਾਨ ਕਾਲ ਬਣ ਜਾਂਦਾ ਹੈ, ਤੇ ਕਾਲਵਾਦੀ ਇਸੇ ਨੂੰ ਮੰਨੀ ਜਾਂਦੇ ਨੇ। ਜੇ ਹੁਣ ਅਸੀਂ ਅਕਾਲ ਦੇ ਨਾਲ ਮੂਰਤ ਅੱਖਰ ਨਾ ਲਾਉਂਦੇ ਨਾ, ਤਾਂ ਜਿਹੜੇ ਕਾਲਵਾਦੀ ਨੇ ਉਹਨਾਂ ਨੇ ਕਹਿਣਾ ਸੀ ਵੀ ਇਹ ਸਾਡਾ ਅੱਖਰ ਉਚਾਰਨ ਕੀਤਾ ਗੁਰੂ ਨਾਨਕ ਦੇਵ ਜੀ ਨੇ। ਸੋ ਜਿਵੇਂ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਹਰਿਦੁਆਰ ਪਹੁੰਚੇ ਨਾ, ਉੱਥੇ ਇੱਕ ਪੰਡਤ ਆ ਗਿਆ, ਮੱਥਾ ਟੇਕ ਕੇ ਬੈਠਾ। ਸਾਰੇ ਸ਼ਹਿਰ ਵਿੱਚ ਇਸ਼ਤਿਹਾਰ ਲੱਗੇ, ਡੌਂਡੀ ਪਿੱਟੀ ਹੋਈ ਉਹਦੀ। ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ ਤੁਸੀਂ ਕੌਣ ਹੋ? ਕਹਿੰਦੇ ਭਾਈ ਮਰਦਾਨਾ ਹੀ ਬੋਲਦੇ ਸੀ। ਕਹਿੰਦੇ ਇਹ ਗੁਰੂ ਨਾਨਕ ਦੇਵ ਜੀ ਨੇ। ਅੱਗਿਓਂ ਪੰਡਤ ਕਹਿੰਦਾ ਉਹ ਤਾਂ ਮੈਂ ਆ। ਉਹਦਾ ਨਾਂ ਸੀ ਨਾਨੂ ਪੰਡਤ। ਉਹਨੇ ਕਿਤੇ ਭਵਿੱਖਤ ਪੁਰਾਣ ਵਿੱਚ ਪੜ੍ਹ ਲਿਆ ਵੀ ਆਉਣ ਵਾਲੇ ਸਮੇਂ ਵਿੱਚ
ਬੇਦੀਆਂ ਦੀ ਬੰਸ ਵਿੱਚ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਆਉਣਾ ਹੈ। ਹੁਣ ਉਹਨੇ ਸੋਚਿਆ ਮੈਂ ਕਿਉਂ ਨਾ ਫਾਇਦਾ ਉਠਾਵਾਂ ਇਸ ਗੱਲ ਦਾ। ਉਹ ਨਾਨੂ ਪੰਡਤ ਵੀ ਗੁਰੂ ਨਾਨਕ ਦੇਵ ਜੀ ਬਣ ਕੇ ਬੈਠ ਗਿਆ। ਜਦੋਂ ਅਸਲੀ ਗੁਰੂ ਨਾਨਕ ਦੇਵ ਜੀ ਉੱਥੇ ਪਹੁੰਚੇ, ਮਹਾਰਾਜ ਨੇ ਜਦੋਂ ਚਰਚਾ ਕੀਤੀ, ਉਹਦੀ ਚੰਗੀ ਤਸੱਲੀ ਕਰਾਈ ਨਾ, ਫਿਰ ਮਾਫੀਆਂ ਮੰਗਣ ਲੱਗ ਗਿਆ। ਕਹਿੰਦੇ ਸੱਚੇ ਪਾਤਸ਼ਾਹ ਮੈਥੋਂ ਗਲਤੀ ਹੋ ਗਈ, ਅਸਲ ਵਿੱਚ ਮੈਂ ਪੜ੍ਹ ਲਿਆ ਸੀ ਭਵਿੱਖਤ ਪੁਰਾਣ ਵਿੱਚ ਤੁਹਾਡਾ ਨਾਮ, ਤੇ ਮੈਂ ਆਪਣਾ ਨਾਮ ਨਾਨਕ ਰਖਾ ਲਿਆ। ਤਾਂ ਇਸੇ ਪ੍ਰਕਾਰ ਹਰੇਕ ਬੰਦਾ ਜਿਹੜਾ ਹੈ ਉਹ ਆਪਣੇ ਵੱਲ ਨੂੰ ਗੱਲ ਖਿੱਚ ਲੈਂਦਾ, ਤੇ ਕਾਲਵਾਦੀ ਕਾਲ ਨੂੰ ਹੀ ਅਕਾਲ ਪੁਰਖ ਮੰਨੀ ਜਾਂਦੇ ਨੇ। ਮਹਾਰਾਜ ਕਹਿੰਦੇ ਅਸਲ ਵਿੱਚ ਜਿਹੜਾ ਮੈਂ ਅਕਾਲ ਕਥਨ ਕੀਤਾ, ਅਕਾਲ ਪੁਰਖ ਵਾਹਿਗੁਰੂ ਨੂੰ, ਉਹ ਅਕਾਲ ਆ ਮੂਰਤ ਹੈ। ਇਹਨਾਂ ਦਾ ਜਿਹੜਾ ਕਾਲ ਹੈ ਉਹ ਮੂਰਤ ਹੈ। ਹੁਣ ਇੱਥੇ ਆਪਾਂ ਕਹਾਂਗੇ ਲਿਖਿਆ ਤਾਂ ਮੂਰਤ ਮੰਮੇ ਨਾਲ ਹੈ, ਤੇ ਅਮੂਰਤ ਕਿਵੇਂ ਹੋ ਗਿਆ ਉਹ? ਜਿਹੜੇ ਭਾਈ ਵਿਆਕਰਣ ਪੜ੍ਹੇ ਹੋਏ ਨੇ ਉਹਨਾਂ ਨੂੰ ਪਤਾ ਕਿ ਜਿਹੜਾ ਕੋਈ ਵੀ ਅੱਖਰ ਮੁਕਤਾ ਹੁੰਦਾ ਉਹਦੇ ਸ਼ੁਰੂ ਚੋਂ ਐੜਾ ਨਿਕਲ ਆਉਂਦਾ ਆਪਣੇ ਆਪ ਹੀ। ਜਿੱਥੇ ਸਿਹਾਰੀ ਲੱਗੀ ਹੋਵੇ ਉੱਥੋਂ ਈੜੀ ਨਿਕਲ ਆਉਂਦੀ ਆਪਣੇ ਆਪ ਹੀ। ਈੜੀ ਆਪਾਂ ਲੈ ਸਕਦੇ ਹਾਂ ਲੋੜ ਪੈ ਜੇ। ਜਿੱਥੇ ਔਂਕੜ ਲੱਗਿਆ ਹੋਵੇ ਉੱਥੋਂ ਊੜਾ ਨਿਕਲ ਆਉਂਦਾ। ਇਹ ਤਿੰਨ ਅੱਖਰ ਵਿਸ਼ੇਸ਼ ਨੇ। ਮਹਾਰਾਜ ਨੇ ਮੂਰਤ ਨੂੰ ਹੀ ਅਮੂਰਤ ਕਰ ਦਿੱਤਾ। ਮਹਾਰਾਜ ਕਹਿੰਦੇ ਅਸਲ ਵਿੱਚ ਜਿਹੜਾ ਅਕਾਲ ਮੂਰਤ ਅੱਖਰ ਵਰਤਿਆ ਹੈ ਨਾ, ਇਹ ਅਕਾਲ ਕਾਲ ਤੋਂ ਰਹਿਤ ਅਮੂਰਤ ਮੂਰਤ ਹਸਤੀ ਹੈ। ਉਹ ਇੱਥੇ ਉਹ ਮੂਰਤੀਆਂ ਨਹੀਂ ਅਸੀਂ ਕਈਆਂ ਜਿਹੜੀਆਂ ਪੱਥਰ ਦੀਆਂ ਮੂਰਤੀਆਂ ਨੇ, ਕੱਪੜੇ ਤੇ ਛਾਪੀਆਂ ਮੂਰਤੀਆਂ ਨੇ, ਪਿੱਤਲ ਦੀਆਂ ਮੂਰਤੀਆਂ ਨੇ, ਉਹਨਾਂ ਮੂਰਤੀਆਂ ਨੂੰ ਤੁਸੀਂ ਅਸਲ 'ਚ ਲੈ ਗਏ ਨਾ ਗਲਤ ਪਾਸੇ ਗੱਲ। ਫਿਰ ਇਸੇ ਕਰਕੇ ਸਾਨੂੰ ਕਾਫੀ ਪ੍ਰੋੜਤਾ ਕਰਨੀ ਪੈਂਦੀ, ਇਹਨਾਂ ਚੀਜ਼ਾਂ ਦੀ ਵਿਆਖਿਆ ਕਰਨੀ ਪੈਂਦੀ ਹੈ, ਬਾਰ-ਬਾਰ ਦੱਸਣਾ ਪੈਂਦਾ। ਭਾਈ ਜਦੋਂ ਆਪਾਂ ਕਹਿੰਦੇ ਮੂਰਤ, ਫਿਰ ਬੰਦੇ ਦਾ ਧਿਆਨ ਮੂਰਤੀਆਂ ਵਿੱਚ ਚਲੇ ਜਾਂਦਾ। ਜਦੋਂ ਅਕਾਲ ਮੂਰਤ ਕਿਹਾ ਤਾਂ ਵਿਸ਼ੇਖਕ ਜਿਹੜੇ ਨੇ ਉਹਨਾਂ ਨੇ ਕਾਲ ਨੂੰ ਹੀ ਮੰਨ ਲਿਆ ਕਿ ਪਤਾ ਨਹੀਂ ਸਾਡੇ ਕਾਲ ਦਾ ਹੀ ਨਿਰਣਾ ਕੀਤਾ ਹੈ। ਸੋ ਮਹਾਰਾਜ ਇਹ ਮੂਰਤ ਕਿਵੇਂ ਹੋਇਆ ਜੀ? ਚਲੋ ਅਕਾਲ ਅਮੂਰਤ ਹੈ, ਮੂਰਤੀ ਤੋਂ ਬਿਨਾ ਹੈ, ਉਹਦਾ ਕੋਈ ਸਰੂਪ ਨਹੀਂ ਹੈ। ਮਹਾਰਾਜ ਕਹਿੰਦੇ ਜਿਹੜੇ ਤੁਸੀਂ ਕਹਿੰਦੇ ਵਿਸੇ ਚੱਸੇ, ਫਿਰ ਘੜੀਆਂ, ਫਿਰ ਪਹਿਰ, ਫਿਰ ਥਿੱਤੀ, ਫਿਰ ਵਾਰ, ਫਿਰ ਸਾਲ, ਇਹ ਮਹੀਨੇ, ਇਹ ਮੂਰਤ ਹੀ ਤਾਂ ਹੈ। ਫਿਰ ਇਹ ਮੂਰਤ ਬਣ ਜਾਂਦੇ ਨੇ, ਇਹ ਮੂਰਤੀਮਾਨ ਨੇ। ਇਸ ਕਰਕੇ ਸਾਨੂੰ ਇਹਨਾਂ ਅੱਖਰਾਂ ਦੇ ਅੱਗੇ ਅਕਾਲ ਮੂਰਤ ਕਹਿਣਾ ਪਿਆ। ਵਾਹਿਗੁਰੂ ਅਮੂਰਤ ਹੈ, ਮੂਰਤੀ ਤੋਂ ਰਹਿਤ ਹੈ, ਤੇ ਤੁਹਾਡਾ ਜਿਹੜਾ ਕਾਲ ਹੈ ਉਹ ਮੂਰਤ ਹੈ। ਤੁਹਾਡੇ ਕਾਲ ਦੀਆਂ ਤਾਂ ਉਦੋਂ ਚੀਕਾਂ ਪੈਂਦੀਆਂ ਨੇ ਜਦੋਂ ਬ੍ਰਹਿਮੰਡ ਖਤਮ ਹੋਣ ਲੱਗਦਾ, ਕਿਉਂਕਿ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਨਾ, ਉਹ 10ਵੇਂ ਪਾਤਸ਼ਾਹ ਮਹਾਰਾਜ ਜਿਵੇਂ ਕਹਿੰਦੇ ਕਾਲਨ ਕੋ ਕਾਲ ਮਹਾਕਾਲਨ ਕੋ ਕਾਲ ਹੈ। ਕਾਲ ਤਾਂ ਕੁਝ ਵੀ ਚੀਜ਼ ਨਹੀਂ ਹੈ, ਮੌਤ ਦੀ ਵੀ ਮੌਤ ਹੈ। ਪਰਮੇਸ਼ਰ ਉਹ ਤਾਂ ਸਾਰਿਆਂ ਨੂੰ ਹੀ ਮਾਰ ਦੇਣ ਵਾਲਾ ਹੈ। ਇਸ ਕਰਕੇ ਜਿਹਨੂੰ ਤੁਸੀਂ ਕਾਲ ਮੰਨਿਆ ਹੈ ਉਹ ਨਹੀਂ ਹੈ ਇਹ ਤਾਂ ਅਮੂਰਤ ਤੇ ਅਕਾਲ ਵਾਹਿਗੁਰੂ ਦਾ ਨਾਮ ਹੈ। ਹੁਣ ਸਤਿਗੁਰੂ ਮਹਾਰਾਜ ਕਿਉਂਕਿ ਬਹੁਤ ਵੱਡੇ ਅਕਾਲ ਪੁਰਖ ਆਪ ਨੇ, ਇਸ ਕਰਕੇ ਉਹਨਾਂ ਅੱਗੇ ਤਾਂ ਕੋਈ ਵਿਦਵਾਨ ਟਿਕ ਨਹੀਂ ਨਾ ਸਕਦਾ। ਮਹਾਰਾਜ ਨੇ ਦੋ ਚੀਜ਼ਾਂ ਦਾ ਪ੍ਰਮਾਣ ਨਿਆਇਕਾਂ ਦੇ ਰਾਹੀਂ ਦਿੱਤਾ। ਨਿਆਇਕ ਮੱਤ ਵਾਲੇ ਜਿਹੜੇ ਨੇ, ਮਹਾਰਾਜ ਕਹਿੰਦੇ ਜਿਵੇਂ ਤੁਸੀਂ ਤਾਂ ਉਹ ਗੱਲ ਕਰ ਦਿੱਤੀ, ਜਿਵੇਂ ਨਿਆਇਕ ਮੱਤ ਵਾਲੇ ਮੰਨਦੇ ਨੇ ਪ੍ਰਧੁੰਸਾ ਭਾਵ ਤੇ ਪ੍ਰਾਗਾ ਭਾਵ ਨੂੰ ਮੰਨਦੇ ਨੇ। ਪਹਿਲਾਂ ਤਾਂ ਅੱਧੇ ਕਿ ਸੁਣ ਕੇ ਉਹੀ ਚਕਰਾ ਜਾਂਦੇ ਨੇ। ਪ੍ਰਧੁੰਸਾ ਭਾਵ ਤੇ ਪ੍ਰਾਗਾ ਭਾਵ ਨਵੀਂ ਗੱਲ ਮਹਾਰਾਜ ਨੇ ਸੁਣਾਤੀ ਉਹਨਾਂ ਨੂੰ। ਮਹਾਰਾਜ ਇਹ ਕੀ ਹੋਇਆ ਜੀ ਪ੍ਰਧੁੰਸਾ ਭਾਵ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਵੇਂ ਕੋਈ ਬੰਦਾ ਘੜੇ ਨੂੰ ਤੋੜ ਦੇਵੇ, ਪੱਥਰ ਮਾਰਿਆ, ਘੜੇ ਦੀਆਂ ਠੀਕਰੀਆਂ ਬਣ ਗਈਆਂ। ਘੜਾ ਬਹੁਤਾ ਸਮਾਂ ਨਹੀਂ ਰਹਿੰਦਾ, ਪਰ ਉਹਦੀਆਂ ਠੀਕਰੀਆਂ ਜਿਹੜੀਆਂ ਨੇ ਉਹ ਕਈ ਵਾਰੀ ਹਜ਼ਾਰਾਂ ਸਾਲਾਂ ਤੱਕ ਪਈਆਂ ਰਹਿੰਦੀਆਂ ਨੇ। ਠੀਕਰੀਆਂ ਨੂੰ ਕਿਹੜਾ ਕੋਈ ਛੇੜਦਾ? ਉਹ ਠੀਕਰੀਆਂ ਜਿਵੇਂ ਹਜ਼ਾਰਾਂ ਸਾਲਾਂ ਤੱਕ ਪਈਆਂ ਰਹਿੰਦੀਆਂ, ਇਹਨੂੰ ਪ੍ਰਧੁੰਸਾ ਭਾਵ ਕਹਿੰਦੇ ਨੇ। ਉਹ ਭਾਵ ਉਹਨੂੰ ਨਾਸ ਨੂੰ ਵੀ ਨਾਸ ਨਹੀਂ ਮੰਨਦੇ, ਕਹਿੰਦੇ ਉਹ ਤਾਂ ਪਿਆ ਹੀ ਹੈ, ਠੀਕਰੀਆਂ ਤਾਂ ਹੈ ਨਾ ਉਹਦੀਆਂ। ਇਸੇ ਤਰ੍ਹਾਂ ਹੀ ਜਦੋਂ ਬੰਦਾ ਮਰ ਜਾਂਦਾ
ਉਹ ਇਹਨੂੰ ਪ੍ਰਧੁੰਸਾ ਭਾਵ ਗਿਣਦੇ ਨੇ, ਕਹਿੰਦੇ ਨਾਸ ਦਾ ਵੀ ਨਾਸ ਨਹੀਂ ਹੋਇਆ, ਉਹ ਹੈਗਾ। ਤੇ ਪ੍ਰਾਗਾ ਭਾਵ ਉਹ ਹੁੰਦਾ ਹੈ ਜਿਵੇਂ ਕੋਠਾ ਡਿੱਗ ਪਿਆ ਘੜਿਆਂ ਦੇ ਉੱਪਰ ਤੇ ਘੜੇ ਥੱਲੇ ਦਬ ਗਏ, ਉਹਨਾਂ ਦੀਆਂ ਠੀਕਰੀਆਂ ਉਹਦੇ ਥੱਲੇ ਪਈਆਂ। ਤੇ ਦੂਸਰਾ ਇਹ ਪ੍ਰਾਗਾ ਭਾਵ ਤਰੀਕੇ ਨਾਲ ਮਹਾਰਾਜ ਨੇ ਸਮਝਾਇਆ, ਕਹਿੰਦੇ ਜਿਵੇਂ ਘੜਾ ਬਣਦਾ ਨਾ ਘੁਮਿਆਰ ਦਾ, ਸਾਰਾ ਘੜਾ ਤਾਂ ਇਕੱਠਾ ਨਹੀਂ ਬਣਦਾ, ਜੇ ਜੋੜ ਪੈਂਦਾ। ਜਿਵੇਂ ਗੜਵੀ ਹੈ, ਗੜਵੀ ਦਾ ਅੱਧਾ ਹਿੱਸਾ ਵੱਖਰਾ ਬਣਦਾ, ਅੱਧਾ ਵੱਖਰਾ ਬਣਦਾ, ਫਿਰ ਇਹ 'ਚ ਜੋੜ ਪੈ ਜਾਂਦਾ। ਸੋ ਇਸ ਕਰਕੇ ਇਹਦੀਆਂ ਦੋ ਕਪਾਲਾਂ ਗਿਣੀਆਂ ਗਈਆਂ, ਉੱਪਰਲਾ ਹਿੱਸਾ ਤੇ ਥੱਲੇ ਵਾਲਾ ਹਿੱਸਾ। ਜਦੋਂ ਇਹਨਾਂ ਨੂੰ ਆਪਸ ਵਿੱਚ ਜੋੜ ਦਿੰਦੇ ਤਾਂ ਇੱਕ ਘੜਾ ਸੰਪੂਰਨ ਹੁੰਦਾ ਜਾਂ ਗੜਵੀ ਸੰਪੂਰਨ ਹੁੰਦੀ ਹੈ। ਜਿੰਨਾ ਚਿਰ ਤੱਕ ਇਹ ਜਿਹੜੀਆਂ ਕਪਾਲਾਂ ਇਹਨਾਂ ਦੀਆਂ ਵੱਖਰੀਆਂ ਪਈਆਂ ਰਹਿੰਦੀਆਂ ਨੇ, ਦੋਵੇਂ ਦੌਰ ਜੋੜ ਨਹੀਂ ਦਿੱਤੇ ਜਾਂਦੇ। ਕਹਿੰਦੇ ਉਸੇ ਤਰ੍ਹਾਂ ਹੀ ਜਦੋਂ ਪਰਮੇਸ਼ਰ ਸੂਖਮ ਤੱਤ ਬਣਾਉਂਦਾ ਹੈ ਤੇ ਸਥੂਲ ਤੱਤ ਹਲੇ ਨਹੀਂ ਬਣੇ, ਕੇਵਲ ਸੂਖਮ ਤੱਤ ਬਣੇ ਨੇ। ਸਥੂਲ ਤੱਤ ਤੇ ਸੂਖਮ ਤੱਤ ਦੇ ਮਿਲਣ ਤੋਂ ਪਹਿਲਾਂ ਦੇ ਵਿਚਕਾਰਲੇ ਸਮੇਂ ਨੂੰ ਤੁਸੀਂ ਅਕਾਲ ਮੰਨ ਲੈਣਾ ਸੀ। ਫਿਰ ਇਹਨੂੰ ਕਹਿੰਦੇ ਪ੍ਰਾਗਾ ਭਾਵ। ਮਹਾਰਾਜ ਕਹਿੰਦੇ ਮੈਂ ਕਿਸੇ ਪਾਸਿਓਂ ਤੁਹਾਨੂੰ ਊਣਤਾ ਹੀ ਨਹੀਂ ਰਹਿਣ ਦੇਣੀ, ਕਿਉਂਕਿ ਇਹੀ ਤਾਂ ਗੱਲ ਹੈ ਕਿ ਪੂਰੇ ਕਾ ਕੀਆ ਸਭ ਕਿਛ ਪੂਰਾ, ਘੱਟ ਵੱਧ ਕਿਛ ਨਾਹੀ। ਗੁਰੂ ਨਾਨਕ ਸਾਹਿਬ ਦੀ ਕਿਸੇ ਗੱਲ 'ਚ ਕੋਈ ਊਣਤਾ ਹੀ ਕੱਢ ਸਕਦਾ? ਮਹਾਰਾਜ ਸੱਚੇ ਪਾਤਸ਼ਾਹ ਸਮਰੱਥ ਨੇ, ਸੁਣ ਕਰ ਦਿੱਤੇ, ਬੈਠੇ ਗੱਲਬਾਤ ਨਾਲ ਹੀ ਸੁਣ ਕਰਦੇ। ਮਹਾਰਾਜ ਕਹਿੰਦੇ ਹੁਣ ਬੋਲੋ, ਫਿਰ ਉਹ ਅਕਾਲ ਭਾਵ ਕਿੱਧਰ ਜਾਂਦਾ? ਇਸੇ ਕਰਕੇ ਸਾਨੂੰ ਉਹਨੂੰ ਅਮੂਰਤ ਕਹਿਣਾ ਪਿਆ ਹੈ। ਤਾਂ ਅਸੀਂ ਕਿਹਾ ਅਕਾਲ ਮੂਰਤ ਆਈ ਸਮਝ। ਤਾਂ ਕਹਿੰਦੇ ਮਹਾਰਾਜ ਠੀਕ ਹੈ, ਬਿਲਕੁਲ, ਜੇ ਤੁਸੀਂ ਬਿਲਕੁਲ ਅਕਾਲ ਹੀ ਕਹਿ ਦਿੰਦੇ ਤਾਂ ਵਾਕਈ ਉਹਨਾਂ ਨੇ ਇਹ ਮੰਨ ਲੈਣਾ ਸੀ। ਮਹਾਰਾਜ ਅਕਾਲ ਮੂਰਤ ਤੱਕ ਮੰਤਰ ਦੀ ਸੰਪੂਰਨਤਾ ਨਹੀਂ ਹੈ। ਫਿਰ ਆਪ ਜੀ ਨੇ ਅੱਗੇ ਫਿਰ ਅਕਾਲ ਮੂਰਤ ਫਿਰ ਅਜੂਨੀ ਲਿਖ ਦਿੱਤਾ। ਮਹਾਰਾਜ ਕਹਿੰਦੇ ਕਿਉਂਕਿ ਆਪਾਂ ਵਿਖਿਆਨ ਦੇ 6 ਪਦਾਂ ਵਿੱਚੋਂ ਪਹਿਲੇ ਪਦ ਵਿੱਚ ਚੱਲ ਰਹੇ ਹਾਂ, ਉਹ ਹੈਗਾ ਪਦਛੇਦ। ਪਦਛੇਦ ਕੀਤਾ, ਸਾਰੇ ਮੂਲ ਮੰਤਰ ਦੇ ਇੱਕ ਇੱਕ ਅੱਖਰ ਦੀ ਵਿਆਖਿਆ ਜਿਹੜੀ ਕੀਤੀ ਹੈ ਨਾ। ਸੋ ਅਕਾਲ ਮੂਰਤ ਤੋਂ ਬਾਅਦ ਅਜੂਨੀ ਸਾਨੂੰ ਇਸ ਕਰਕੇ ਨਾਲ ਲਾਉਣਾ ਪਿਆ ਕਿ ਜਿਹੜੇ ਮੂਰਤ ਹੈੜਾ ਕੱਢ ਕੇ ਬਣਾਇਆ ਸੀ, ਆ ਮੂਰਤ ਨਹੀਂ ਨਜ਼ਰ ਆਉਂਦੇ, ਉਹ ਕੀ ਨੇ? ਅਮੂਰਤ ਕੌਣ ਹੈ? ਪਰਮਾਣੂ ਜਿਹੜੇ ਨੇ ਨਾ, ਇਹ ਅਣੂ ਪਰਮਾਣੂ ਬਹੁਤ ਬਰੀਕ ਨੇ। ਸੋ ਇਹ ਨਿਆਇਕਾਂ ਨੇ ਇਹ ਗੱਲ ਮੰਨੀ ਹੈ ਤੇ ਵੀ ਇੱਕ ਅਣੂ ਦਾ ਅਣੂ ਹੀ ਹੁੰਦਾ, ਨਜ਼ਰ ਨਹੀਂ ਆਉਂਦਾ। ਜੋਗੀ ਲੋਕ ਆਪਣੀ ਸੁਰਤੀ ਦੇ ਧਿਆਨ ਵਿੱਚ ਅਣੂਆਂ ਨੂੰ ਦੇਖਦੇ ਨੇ। ਵੈਸੇ ਤਾਂ ਆਪਾਂ ਇਹ ਵੀ ਪੜ੍ਹੇ ਹੋਏ ਆ ਸਾਰੇ ਵੀ ਜਦੋਂ ਬੰਦ ਕਮਰੇ ਵਿੱਚ ਕਿਸੇ ਪਾਸਿਓਂ ਧੁੱਪ ਆਉਂਦੀ, ਹਨੇਰੇ ਕਮਰੇ 'ਚ, ਤਾਂ ਧੁੱਪ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਵੀ ਕਿੰਨੇ ਛੋਟੇ ਛੋਟੇ ਕਿਣਕੇ ਜਿਹੇ ਉੱਡਦੇ ਹੁੰਦੇ ਨੇ। ਸੋ ਇਸ ਕਰਕੇ ਉਹ ਜਿਹੜੇ ਅਣੂ ਨੇ, ਉਹ ਅਣੂ ਇੱਕ ਨੂੰ ਮਿਲ ਕੇ ਦੋ ਮਿਲੇ ਤਾਂ ਬਣ ਗਿਆ ਦੁਣਕਾ। ਇਹਨੂੰ ਦੁਣਕਾ ਕਹਿੰਦੇ ਉਹਨਾਂ ਦੀ ਬੋਲੀ 'ਚ। ਜਦੋਂ 3 ਮਿਲ ਗਏ ਤਾਂ ਬਣ ਗਿਆ ਤਿਣਕਾ, 4 ਮਿਲ ਗਏ, ਫਿਰ 5 ਮਿਲ ਗਏ। ਇਹ ਸਾਰੀ ਸ੍ਰਿਸ਼ਟੀ ਅਣੂਆਂ ਦੀ ਬਣੀ ਹੋਈ ਹੈ। ਧਰਤੀ ਸਾਰੀ ਅਣੂਆਂ ਤੋਂ ਬਣੀ ਹੈ। ਅਣੂ ਬਣ ਕੇ ਫਿਰ ਜਿਹੜੇ ਅਣੂ ਨੇ ਅਮੂਰਤ ਨੇ, ਪਰ ਤੁਹਾਨੂੰ ਪਹਿਲਾਂ ਵੀ ਦੱਸ ਦਿੱਤਾ ਕਿ 2 ਮਿਲੇ ਤਾਂ 3 ਮਿਲੇ ਤਾਂ ਤਿਣਕਾ ਬਣਿਆ। ਇਸ ਕਰਕੇ ਇਹਨਾਂ ਦਾ ਜਨਮ ਹੈ, ਅਜਨਮੇ ਨਹੀਂ ਹਨ। ਇਹ ਅਮੂਰਤ ਹੋਣ ਕਰਕੇ ਸਾਨੂੰ ਇਹ ਦੱਸਣਾ ਪਿਆ। ਜੇ ਅਸੀਂ ਇਕੱਲਾ ਹੀ ਇਹ ਅੱਖਰ ਲਿਖ ਦਿੰਦੇ ਮੂਰਤ, ਤਾਂ ਅਮੂਰਤ ਸਮਝ ਕੇ ਲੋਕਾਂ ਦਾ ਧਿਆਨ ਚਲਿਆ ਜਾਣਾ ਸੀ ਅਣੂਆਂ ਵੱਲ। ਲੋਕਾਂ ਨੇ ਅਣੂ ਨੂੰ ਹੀ ਕਹਿਣ ਲੱਗ ਜਾਣਾ ਸੀ ਕਿ ਇਹ ਸਾਡਾ ਅਣੂ ਲਿਖਿਆ ਹੋਇਆ ਹੈ। ਨਿਆਇਕਾਂ ਨੇ ਫਿਰ ਮੰਨਿਆ ਜੋ ਅਣੂ ਨੂੰ ਪਰਮੇਸ਼ਰ ਕਹਿੰਦੇ, ਹੋਰ ਕੋਈ ਚੀਜ਼ ਨਹੀਂ। ਉਹ ਕਈ ਲੋਕ ਪਰਮੇਸ਼ਰ ਨੂੰ ਮੰਨਦੇ ਨਹੀਂ ਨਾ ਹੈ। ਉਹ ਕਹਿੰਦੇ ਬਸ ਆਹੀ ਹੈ, ਅਣੂਆਂ ਤੋਂ ਮਿਲ ਕੇ ਸਾਰੀ ਸ੍ਰਿਸ਼ਟੀ ਬਣ ਗਈ, ਫਿਰ ਨਾਸ ਹੋ ਗਈ, ਫਿਰ ਅਣੂ ਖਿੰਡ ਗਏ, ਫਿਰ ਅਣੂ ਬਣ ਗਏ। ਉਹ ਇੰਨੇ ਨੂੰ ਹੀ ਮੰਨਦੇ ਨੇ। ਇਸ ਕਰਕੇ ਸਾਨੂੰ ਉਹ ਮੂਰਤ ਨੂੰ ਅਜੂਨੀ ਲਿਖਣਾ ਪਿਆ ਕਿ ਭਾਈ ਇਹ ਜਿਹੜੇ ਤੁਹਾਡੇ ਅਣੂ ਨੇ ਇਹ ਤਾਂ ਜੂਨਾਂ ਚ ਆਉਂਦੇ ਨੇ, ਪਰ ਸਾਡਾ ਵਾਹਿਗੁਰੂ ਜੋ ਹੈ ਅਕਾਲ ਪੁਰਖ ਪਰਮੇਸ਼ਰ ਬ੍ਰਹਮ, ਉਹ ਜੂਨਾਂ ਵਿੱਚ ਨਹੀਂ ਆਉਂਦਾ ਹੈ।
ਮਹਾਰਾਜ ਇਹ ਤਾਂ ਸਾਨੂੰ ਸਮਝ ਲੱਗੀ ਵੀ ਜੂਨਾਂ ਵਿੱਚ ਪਰਮੇਸ਼ਰ ਨਹੀਂ ਆਉਂਦਾ, ਅਣੂ ਜੂਨਾਂ ਵਿੱਚ ਆ ਜਾਂਦੇ ਨੇ। ਫਿਰ ਸਹਿ ਭੰਗ ਅੱਖਰ ਦੀ ਵਰਤੋਂ ਆਪਨੇ ਕਾਹਦੇ ਲਈ ਕੀਤੀ ਹੈ? ਜੂਨੀ ਤੋਂ ਬਾਅਦ ਸਹਿ ਭੰਗ ਲਿਖਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜੀ ਅਜੂਨੀ ਦਾ ਭਾਵ ਅਜਨਮਾ, ਅਜਨਮਾ ਕਹਿੰਦੇ ਨੇ ਅਜੂਨੀ ਨੂੰ। ਤੁਸੀਂ ਦੱਸ ਸਕਦੇ ਹੋ ਸਿੱਧੋ ਕਿ ਮਾਇਆ ਕਦੋਂ ਜਨਮੀ? ਮਾਇਆ ਦਾ ਪਤਾ ਕਦੋਂ ਜਨਮੀ ਹੈ? ਕਹਿੰਦੇ ਮਹਾਰਾਜ ਇਹ ਤਾਂ ਨਹੀਂ ਸਾਨੂੰ ਪਤਾ, ਕਿਉਂਕਿ ਮਾਇਆ ਵੀ ਅਜਨਮੀ ਹੈ। ਇਸ ਕਰਕੇ ਜੇ ਅਜੂਨੀ ਅੱਖਰ ਕਹਿੰਦੇ ਆ ਮਾਇਆ ਵੀ ਨਹੀਂ ਜੂਨਾ ਚਾਹੁੰਦੀ, ਫਿਰ ਮਾਇਆ ਦਾ ਲੱਖਣ ਹੋ ਜਾਂਦਾ, ਅਧੂਰਾ ਰਹਿ ਜਾਣਾ ਸੀ। ਮਾਇਆ ਤਾਂ ਆਪ ਪਰਮੇਸ਼ਰ ਤੋਂ ਪ੍ਰਕਾਸ਼ ਲੈਂਦੀ ਹੈ। ਸੁਤੇ ਪ੍ਰਕਾਸ਼ ਸਿਰਫ ਵਾਹਿਗੁਰੂ ਹੈ, ਤੇ ਮਾਇਆ ਜਿਹੜੀ ਪ੍ਰਕਾਸ਼ ਲੈਂਦੀ ਹੈ ਇਹਨੂੰ ਪਰਤੇ ਪ੍ਰਕਾਸ਼ ਕਹਿੰਦੇ ਨੇ। ਜੇ ਪੱਖੇ ਚੱਲ ਰਹੇ ਨੇ, ਟਿਊਬਾਂ ਚੱਲ ਰਹੀਆਂ ਨੇ, ਇਹ ਪਰਤੇ ਪ੍ਰਕਾਸ਼ ਲੈ ਰਹੇ ਨੇ ਪਰਾਏ ਤੋਂ। ਇਹਨਾਂ ਕੋਲ ਆਪਣੇ ਕੋਲ ਕੁਛ ਨਹੀਂ, ਲਾਈਟ ਗਈ ਤੇ ਇਹ ਬੰਦ, ਇਹ ਜੜ ਹੋ ਜਾਣੇ ਜਦੇ ਹੀ। ਫਿਰ ਭਾਵੇਂ ਡੰਡੇ ਲੈ ਲੈ, ਪੱਖੇ ਨੂੰ ਹਿਲਾਓ, ਟਿਊਬਾਂ ਨੂੰ ਜਗਾਓ, ਫੇਰ ਨਹੀਂ ਜਗਦੀਆਂ, ਕਿਉਂਕਿ ਇਹ ਪਰਤੇ ਪ੍ਰਕਾਸ਼ ਲੈਂਦੀ ਹੈ ਮਾਇਆ। ਇਸ ਕਰਕੇ ਸਾਨੂੰ ਇਹ ਅੱਖਰ ਲਾਉਣਾ ਪਿਆ ਸਹਿ ਭੰਗ, ਕਿ ਜਿਹੜੀ ਮਾਇਆ ਹੈ ਇਹਨੂੰ ਵੀ ਅਜੂਨੀ ਕਹਿੰਦੇ ਨੇ, ਅਜਨਮਾ ਕਹਿੰਦੇ ਨੇ, ਪਰ ਪਰਮੇਸ਼ਰ ਤਾਂ ਜਿਹੜੇ ਨੇ ਸੁਤੇ ਪ੍ਰਕਾਸ਼ ਨੇ, ਉਹਨਾਂ ਤੋਂ ਪ੍ਰਕਾਸ਼ ਲੈਣ ਦੀ ਕਿਤੇ ਲੋੜ ਨਹੀਂ ਪੈਂਦੀ। ਮਾਇਆ ਜਿਹੜੀ ਹੈ ਪ੍ਰਕਾਸ਼ ਲੈਂਦੀ ਹੈ ਕਿਸੇ ਪਾਸਿਓਂ। ਜੇ ਬ੍ਰਹਮ ਇਹਦਾ ਪ੍ਰਕਾਸ਼ ਖਿੱਚ ਲਵੇ ਤਾਂ ਮਾਇਆ ਜੜ ਹੋ ਜਾਂਦੀ ਹੈ। ਇਹ ਤਾਂ ਮਹਾਰਾਜ ਬਿਲਕੁਲ ਸਹੀ ਬਚਨ ਆਪ ਦਾ। ਇਸੇ ਕਰਕੇ ਆਪ ਜੀ ਨੇ ਸਹਿ ਭੰਗ ਲਾਇਆ। ਫਿਰ ਆਪ ਜੀ ਨੇ ਸਹਿ ਭੰਗ ਦੇ ਅੱਗੇ ਜਿਹੜਾ ਗੁਰ ਅੱਖਰ ਲਾ ਦਿੱਤਾ, ਇਹਦਾ ਭਾਵ ਵੀ ਸਮਝਾ ਦਿਓ ਕਿਰਪਾ ਕਰਕੇ। ਹੁਣ ਸਾਨੂੰ ਬਾਕੀ ਤਾਂ ਸਾਰਾ ਸਮਝ ਪੈ ਗਿਆ। ਮਹਾਰਾਜ ਕਹਿੰਦੇ ਅਸੀਂ ਗੁਰ ਅੱਖਰ ਤਾਂ ਲਾਇਆ, ਗੁਰ ਨਾਮ ਚੇਤਨ ਦਾ ਹੈ। ਹਿੱਲਣ ਜੁਲਣ ਦੀ ਸ਼ਕਤੀ ਦੇਣੀ ਜਿਹੜੀ ਚੇਤਨ ਨੇ ਦੇਣੀ ਹੈ, ਬ੍ਰਹਮ ਨੇ। ਹੁਣ ਕਈ ਵਾਰੀ ਸ੍ਰਿਸ਼ਟੀ ਦੇ ਬਣਨ ਤੋਂ ਬਾਅਦ ਵਿੱਚ ਲੋਕਾਂ ਨੇ ਕਈ ਚੀਜ਼ਾਂ ਨੂੰ ਗਲਤ ਮੰਨਿਆ। ਕਿਵੇਂ? ਜਿਹੜਾ ਸਹਿ ਭੰਗ ਅੱਖਰ ਹੈ ਨਾ, ਸੁਤੇ ਪ੍ਰਕਾਸ਼, ਸਵੈੰ ਭਵ, ਸਾਡੇ ਆਉਣ ਤੋਂ ਪਹਿਲਾਂ ਦੁਨੀਆ ਨੇ ਕੀ ਮੰਨਿਆ ਹੋਇਆ ਸੀ ਇਹਨੂੰ? ਲੋਕ ਸੂਰਜ ਨੂੰ ਹੀ ਸਹਿ ਭੰਗ ਕਹੀ ਜਾਂਦੇ ਨੇ, ਚੰਦਰਮਾ ਨੂੰ ਵੀ ਸਹਿ ਭੰਗ ਕਹਿੰਦੇ ਨੇ। ਕਹਿੰਦੇ ਸੂਰਜ ਵੀ ਸੁਤੇ ਪ੍ਰਕਾਸ਼ ਹੈ, ਚੰਦਰਮਾ ਵੀ, ਤਾਰੇ ਵੀ, ਬਿਜਲੀ ਵੀ। ਕਹਿੰਦੇ ਜਿਹੜਾ ਇਹਨਾਂ ਵਿੱਚ ਨਾ ਤਾਂ ਦੇਖੋ ਬੱਤੀ ਪੈਂਦੀ ਆ, ਨਾ ਤੇਲ ਪੈਂਦਾ, ਨਾ ਅੱਗ ਲਾਉਣ ਦੀ ਲੋੜ ਪੈਂਦੀ ਆ। ਸੂਰਜ ਆਪਣੇ ਆਪ ਹੀ ਜਗਦਾ, ਚੰਦਰਮਾ ਆਪਣੇ ਆਪ ਹੀ ਜਗਦਾ, ਤਾਰੇ ਜਗਦੇ ਨੇ। ਇਸ ਕਰਕੇ ਲੋਕ ਜਿਹੜੇ ਸੀ ਗਲਤ ਰਾਹ ਪਏ ਹੋਏ ਸੀ। ਸੰਗਰਾਂਦ ਨੂੰ ਸੂਰਜ ਦੀ ਪੂਜਾ ਤੇ ਪੂਰਨਮਾਸ਼ੀ ਨੂੰ ਚੰਦਰਮਾ ਨੂੰ ਮੱਥਾ ਟੇਕੀ ਜਾਂਦੇ ਨੇ। ਫਿਰ ਦਿਨਾਂ ਨੂੰ ਮੱਥਾ ਟੇਕੀ ਜਾਂਦੇ ਨੇ। ਅੱਜ ਸੋਮਵਾਰ ਹੈ, ਮੰਗਲਵਾਰ ਹੈ। ਇਸੇ ਪ੍ਰਕਾਰ ਲੋਕ ਥਿੱਤਾਂ ਨੂੰ ਮੱਥਾ ਟੇਕੀ ਜਾਂਦੇ ਨੇ। ਮਹਾਰਾਜ ਕਹਿੰਦੇ ਇਹਨਾਂ ਲੋਕਾਂ ਨੇ ਹਰੇਕ ਚੀਜ਼ ਨੂੰ ਹੀ ਸਹਿ ਭੰਗ ਕਹਿਤਾ। ਆ ਜੀ ਇਹ ਦੇਖੋ ਜੀ ਕਿੱਡੀ ਲੋਕ ਬਿਜਲੀ ਨੂੰ ਮੰਨੀ ਜਾਂਦੇ ਨੇ। ਜਿਹੜੀ ਬੱਦਲਾਂ ਦੀ ਬਿਜਲੀ ਹੈ, ਲੋਕ ਕਹਿੰਦੇ ਇਹ ਸ਼ਕਤੀ ਮਾਂ ਹੈ, ਉਹਨੂੰ ਮੱਥਾ ਟੇਕਦਾ। ਕਿਉਂ? ਡਰਪੋਕ ਲੋਕ ਨੇ, ਇਹਨਾਂ ਨੂੰ ਪਤਾ ਤਾਂ ਹੈ ਨਹੀਂ ਬ੍ਰਹਮ ਹੈ ਕੀ। ਇਸੇ ਕਰਕੇ ਇਹਨਾਂ ਨੇ ਸਹਿ ਭੰਗ ਕਹਿਣਾ ਸ਼ੁਰੂ ਕਰਤਾ ਸੂਰਜ ਨੂੰ ਹੀ। ਤੇ ਆਪਣੇ ਆਪ ਤੋਂ ਦੇਖੋ ਸੂਰਜ ਦੇਵਤਾ ਹੈ, ਪ੍ਰਕਾਸ਼ਮਾਨ ਹੈ, ਭਗਵਾਨ ਕਹਿਤਾ ਇਹਨੂੰ। ਚਲੋ ਇੱਥੇ ਗੱਲ ਮੁੱਕ ਗਈ ਵੀ ਇਹ ਰੱਬ ਹੈ। ਪਰ ਸਤਿਗੁਰੂ ਮਹਾਰਾਜ ਕਹਿੰਦੇ ਉਹਨਾਂ ਲੋਕਾਂ ਦੇ ਸੰਸੇ ਨੂੰ ਦੂਰ ਕਰਨ ਲਈ ਮੈਨੂੰ ਗੁਰ ਅੱਖਰ ਕਹਿਣਾ ਪਿਆ। ਸਹਿ ਭੰਗ ਠੀਕ ਹੈ, ਸੂਰਜ ਚੜ੍ਹਦਾ ਪ੍ਰਕਾਸ਼ਮਾਨ ਹੈ, ਮੰਨਦੇ ਆ ਕਿ ਚੰਦਰਮਾ ਪ੍ਰਕਾਸ਼ਮਾਨ ਹੈ, ਸੂਰਜ ਤਾਰੇ ਸਭ ਪ੍ਰਕਾਸ਼ਮਾਨ ਮੰਨਦੇ ਆ। ਇਹ ਠੀਕ ਹੈ, ਇਹਨਾਂ ਨੂੰ ਦੀਵਾ ਬੱਤੀ ਤੇਲ ਦੀ ਲੋੜ ਨਹੀਂ ਪੈਂਦੀ, ਬਾਲਣ ਦੀ ਲੋੜ ਨਹੀਂ ਪੈਂਦੀ, ਆਪਣੇ ਆਪ ਹੀ ਪ੍ਰਕਾਸ਼ਮਾਨ ਹੋ ਜਾਂਦੇ ਨੇ। ਪਰ ਜਦੋਂ ਪਰਲੋ ਆਉਂਦੀ ਹੈ ਨਾ, ਉਦੋਂ ਇਹੀ ਸੂਰਜ, ਇਹੀ ਚੰਦਰਮਾ, ਇਹੀ ਤਾਰੇ ਸੱਤਾਂ ਤਵਿਆਂ ਵਰਗੇ ਕਾਲੇ ਹੋ ਜਾਂਦੇ ਨੇ। ਕਿਉਂ? ਕਿਉਂਕਿ ਵਾਹਿਗੁਰੂ ਇਹਨਾਂ ਵਿੱਚੋਂ ਵੀ ਆਪਣੀ ਜੋਤ ਖਿੱਚ ਲੈਂਦੇ ਨੇ ਉਦੋਂ। ਤੇ ਉਦੋਂ ਉਹਨਾਂ ਨੂੰ ਪੁੱਛੋ ਸਹਿ ਭੰਗ ਵਾਲਿਆਂ ਨੂੰ ਵੀ ਹੁਣ ਤੁਹਾਡਾ ਇਹ ਸੂਰਜ ਦੇਵਤਾ ਕਿੱਧਰ ਗਿਆ? ਉਹ ਜਿਹਨੂੰ ਭਗਵਾਨ ਕਹਿੰਦੇ ਸੀ ਤੁਸੀਂ, ਉਹ ਕਾਲਾ ਕਿਉਂ ਹੋ ਗਿਆ? ਹੁਣ ਇਹਦੀ ਲਾਈਟ ਕਿੱਧਰ ਗਈ? ਹੁਣ ਤਾਂ ਮਹਾਰਾਜ ਕਹਿਣ ਲੱਗੇ ਇਸ ਕਰਕੇ ਅਸੀਂ ਭਾਈ ਸਿੱਧੋ ਇਹ ਜਿਹੜਾ ਸਹਿ ਭੰਗ ਅੱਖਰ ਹੈ ਇਹਦੀ ਸੰਪੂਰਨਤਾ ਗੁਰ ਨਾਲ ਹੁੰਦੀ ਹੈ। ਗੁਰ ਕਹੀਏ ਚੇਤਨ ਨੂੰ, ਚੇਤਨ ਹੈ ਬ੍ਰਹਮ,
ਤੇ ਬ੍ਰਹਮ ਦਾ ਕਥਨ ਸਹਿ ਭੰਗ ਕੱਲੇ ਨਾਲ ਨਹੀਂ ਹੋ ਜਾਂਦਾ। ਚੇਤਨ ਬ੍ਰਹਮ ਹੈ, ਬ੍ਰਹਮ ਇਹਨਾਂ ਨੂੰ ਸੱਤਾ ਦਿੰਦਾ ਹੈ ਤੇ ਇਹ ਸੱਤਾ ਲੈਂਦੇ ਨੇ। ਇਹ ਸਾਰੀਆਂ ਮਾਇਆ ਦੀਆਂ ਚੀਜ਼ਾਂ ਨੇ, ਸੱਤਾ ਲੈ ਕੇ ਪ੍ਰਕਾਸ਼ਮਾਨ ਹੁੰਦੇ ਨੇ। ਇਸ ਕਰਕੇ ਦਸਵੇਂ ਪਾਤਸ਼ਾਹ ਕਹਿੰਦੇ ਨਮੋ ਸੂਰਜ ਸੂਰਜੇ, ਜਿਹੜਾ ਸੂਰਜ ਦੇ ਵਿੱਚ ਸੂਰਜ ਹੈ ਉਹਨੂੰ ਨਮਸਕਾਰ ਹੈ, ਜਿਹੜਾ ਉਹਦਾ ਜੋਤ ਹੈ ਉਹਦੀ। ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ, ਸਭ ਮੈਂ ਚਾਨਣ ਹੋਏ। ਆਮ ਲੋਕ ਤਾਂ ਮੱਥਾ ਟੇਕਦੇ ਨੇ ਸੂਰਜ ਨੂੰ ਭਗਵਾਨ ਜਾਣ ਕੇ, ਪਰ ਅਸੀਂ ਦੇਖਦੇ ਹਾਂ ਸੂਰਜ ਵਿੱਚ ਵਾਹਿਗੁਰੂ ਦੀ ਜੋਤ, ਚੰਦਰਮਾ ਵਿੱਚ ਵੀ ਤੇਰੀ ਜੋਤ ਹੈ, ਤਾਰਿਆਂ ਵਿੱਚ ਵੀ ਤੇਰੀ ਜੋਤ ਹੈ, ਬਿਜਲੀ ਵਿੱਚ ਵੀ ਤੇਰੀ ਜੋਤ ਹੈ, ਆਹ ਸ੍ਰਿਸ਼ਟੀ ਦੇ ਜੀਵਾਂ ਵਿੱਚ ਵੀ ਤੇਰੀ ਜੋਤ ਹੈ। ਵਾਹਿਗੁਰੂ ਅਸੀਂ ਤਾਂ ਤੈਨੂੰ ਇਉਂ ਜਾਣਦੇ ਕਿ ਇਹੋ ਜਗ ਸੱਚੇ ਕੀ ਹੈ, ਕੋਠੜੀ ਸੱਚੇ ਕਾ ਵਿੱਚ ਵਾਸ। ਅਸੀਂ ਤਾਂ ਇਉਂ ਦੇਖਦੇ ਹਾਂ ਕਿ ਇਹ ਵਿਸ਼ਵ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ। ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁੱਝਿਆ, ਜਾਂ ਵੇਖਾਂ ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ। ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਉਂ ਦੱਸੋ, ਜਿਹੜੇ ਚੰਦਰਮਾ ਸੂਰਜ ਨੂੰ ਕਹਿੰਦੇ ਨੇ ਕਿ ਇਹ ਜਿਹੜਾ ਜੀ ਸਹਿ ਭੰਗ ਹੈ, ਚੰਦਰਮਾ ਸੂਰਜ ਸੁਤੇ ਪ੍ਰਕਾਸ਼ ਹੈ, ਤਾਂ ਫਿਰ ਮੈਨੂੰ ਇਉਂ ਦੱਸੋ ਆ ਜਿਹੜੀਆਂ ਅੱਖਾਂ ਨੇ, ਅੱਖਾਂ ਵੀ ਜਗਦੀਆਂ ਨਹੀਂ ਹੈ, ਅੱਖਾਂ ਵੀ ਤਾਂ ਦੇਖਦੀਆਂ ਹੀ ਨੇ। ਅੱਖਾਂ ਦੇ ਵਿੱਚ ਜਿਹੜੀ ਚੇਤਨ ਸੱਤਾ ਉਹ ਵਾਹਿਗੁਰੂ ਦੀ ਹੈ। ਚੇਤਨ ਸੱਤਾ ਸੂਰਜ ਨੂੰ ਦੇਖਦੀ ਹੈ, ਅੱਖਾਂ ਪ੍ਰਕਾਸ਼ਮਾਨ ਨੇ। ਜੇ ਅੱਖਾਂ ਨਾ ਹੋਣ ਲੱਖ ਸੂਰਜ ਚੜ ਜੇ, ਅੱਖਾਂ ਦੇਖ ਸਕਦੀਆਂ? ਅੰਨਾ ਬੰਦਾ ਕਹਿ ਸਕਦਾ ਕਿ ਸਾਹਮਣੇ ਸੂਰਜ ਪ੍ਰਕਾਸ਼ਮਾਨ ਹੈ, ਚੰਦਰਮਾ ਪ੍ਰਕਾਸ਼ਮਾਨ ਹੈ। ਇਸ ਕਰਕੇ ਸਹਿ ਭੰਗ ਸੁਤੇ ਪ੍ਰਕਾਸ਼ ਆਪ ਹੀ ਪਰਮੇਸ਼ਰ ਹੈ ਵਾਹਿਗੁਰੂ, ਜਿਹਦੀ ਚੇਤਨ ਸੱਤਾ ਜੋਤ ਅੱਖਾਂ ਦੇ ਵਿੱਚ ਹੈ। ਇਹ ਨੇਤਰੋ ਮੇਰਿਓ ਹਰ ਤੁਮੈ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਸ ਕਰਕੇ ਮਹਾਰਾਜ ਕਹਿੰਦੇ ਨੇਤਰਾਂ ਦੇ ਵਿੱਚ ਵਾਹਿਗੁਰੂ ਦੀ ਜੋਤ ਹੈ, ਤਾਂ ਸਾਨੂੰ ਗੁਰ ਅੱਖਰ ਲਾਉਣਾ ਪਿਆ ਹੈ। ਮਹਾਰਾਜ ਫਿਰ ਗੁਰ ਅੱਖਰ ਦੇ ਨਾਲ ਪ੍ਰਸਾਦ ਅੱਖਰ ਦੀ ਵੀ ਵਿਆਖਿਆ ਕਰ ਦਿਓ, ਤਾਂ ਕਿ ਸਾਡੀ ਸਾਰਿਆਂ ਦੀ ਸ਼ੰਕਾ ਦੂਰ ਹੋ ਜਾਏ। ਸੋ ਮਹਾਰਾਜ ਕਹਿੰਦੇ ਪ੍ਰਸਾਦ ਦਾ ਭਾਵ ਕੀ ਹੈ? ਪ੍ਰਸਾਦ ਦਾ ਭਾਵ ਹੈ ਆਨੰਦ, ਪ੍ਰਸਾਦ ਦਾ ਭਾਵ ਹੈ ਕਿਰਪਾ, ਕਿਰਪਾਲੂ, ਦਿਆਲੂ, ਪਰਉਪਕਾਰੀ। ਤੇ ਜਿਹੜਾ ਗੁਰ ਅੱਖਰ ਹੈ ਇਹ ਸੰਪੂਰਨ ਨਹੀਂ ਹੈ ਇਕੱਲਾ। ਕਿਉਂ ਜੀ? ਕਹਿੰਦੇ ਗੁਰ ਨਾਮ ਕਿਹਦਾ? ਕਹਿੰਦੇ ਵੱਡੇ ਦਾ। ਵੱਡਾ ਕੌਣ ਹੈ? ਹਿਮਾਲਿਆ ਪਰਬਤ, ਸੁਮੇਰ ਪਰਬਤ। ਲੋਕ ਸਮੁੰਦਰ ਨੂੰ ਵੀ ਵੱਡਾ ਕਹਿੰਦੇ ਨੇ, ਆਕਾਸ਼ ਨੂੰ ਵੀ ਵੱਡਾ ਮੰਨਿਆ, ਆਕਾਸ਼ਵਾਦੀ। ਸੋ ਲੋਕ ਤਾਂ ਬ੍ਰਹਮਾ ਵਿਸ਼ਨੂੰ ਮਹੇਸ਼ ਨੂੰ ਵੀ ਗੁਰ ਕਹੀ ਜਾਂਦੇ।